सत श्री अकाल। जो कल करना सो अज कर लै, जो अज करना सो अब कर लै। ਜਿਹੜਾ ਕੰਮ ਅੱਜ ਕਰ ਸਕਦੇ ਹੋ ਉਸ ਨੂੰ ਕੱਲ੍ਹ 'ਤੇ ਨਾ ਛੱਡੋ। ਜਦੋਂ ਅਸੀਂ ਕੋਈ ਵੀ ਯੋਜਨਾ ਬਣਾਉਂਦੇ ਹਾਂ ਤਾਂ ਸਭ ਤੋਂ ਮਹੱਤਵਪੂਰਨ ਉਸ ਬਾਰੇ ਵਿੱਚ ਸਾਡਾ ਨਜ਼ਰੀਆ ਹੁੰਦਾ ਹੈ, ਕਿਉਂਕਿ ਸਾਡੀ ਸਫਲਤਾ ਜਾਂ ਅਸਫਲਤਾ ਉਸ ਉੱਤੇ ਨਿਰਭਰ ਹੁੰਦੀ ਹੈ। ਅਸੀਂ ਬਚਪਨ ਤੋਂ ਹੀ ਨਜ਼ਰੀਆ ਅਪਣਾਉਂਦੇ ਹਾਂ ਜੋ ਉਮਰ ਭਰ ਸਾਡੇ ਨਾਲ ਰਹਿੰਦਾ ਹੈ। ਬਚਪਨ ਵਿੱਚ ਸਾਡੇ ਲਈ ਪੋਜ਼ੀਟਿਵ ਨਜ਼ਰੀਆ ਬਣਾਉਣਾ ਸਾਡੇ ਲਈ ਬਹੁਤ ਆਸਾਨ ਹੁੰਦਾ ਹੈ। ਜੇਕਰ ਪੈਦਾਇਸ਼ੀ ਮਿਜ਼ਾਜ ਅਤੇ ਬਚਪਨ ਦੇ ਤਜਰਬੇ ਦੇ ਮੇਲ ਨਾਲ ਤੁਹਾਡਾ ਨਜ਼ਰੀਆ ਪੋਜ਼ੀਟਿਵ ਬਣ ਗਿਆ ਹੈ ਤਾਂ ਤੁਸੀਂ ਵਾਕਿਆ ਹੀ ਖੁਸ਼ਕਿਸਮਤ ਹੋ। ਪਰ ਜੇਕਰ ਜਾਣ ਬੁੱਝ ਕੇ ਜਾਂ ਹਾਲਾਤਾਂ ਦੇ ਕਾਰਨ ਸਾਡਾ ਨਜ਼ਰੀਆ ਨੈਗੇਟਿਵ ਬਣ ਗਿਆ ਹੈ ਤਾਂ ਖੁਸ਼ਕਿਸਮਤ ਬਣਨ ਵਾਸਤੇ ਪੋਜ਼ੀਟਿਵ ਤਾਂ ਬਣਨਾ ਹੀ ਪਵੇਗਾ। ਜਿਸ ਤਰ੍ਹਾਂ ਕੋਈ ਬਿਮਾਰੀ ਕਿਸੇ ਦੀ ਫੈਮਿਲੀ ਵਿੱਚ ਹੁੰਦੀ ਹੈ ਉਸ ਨੂੰ ਜੀਨ ਕਹਿੰਦੇ ਹਨ, ਪਰ ਫਿਰ ਉਸ ਦਾ ਇਲਾਜ ਤਾਂ ਕਰਦੇ ਹਨ। ਤਾਂ ਇਹ ਤਾਂ ਨਹੀਂ ਕਹਿੰਦੇ ਇਹ ਤਾਂ ਮੇਰੀ ਦਾਦੀ ਨੂੰ ਵੀ ਸੀ, ਮੈਂ ਤਾਂ ਸਾਰੀ ਉਮਰ ਇਸ ਬਿਮਾਰੀ ਦੇ ਨਾਲ ਹੀ ਜਿਉਣਾ ਹੈ। ਨਜ਼ਰੀਆ ਤਾਂ ਬਦਲਣਾ ਹੀ ਹੈ। ਆਪਣੀ ਸੋਚ ਬਦਲੋ ਅਤੇ ਅੱਛਾਈ ਦੀ ਭਾਲ ਕਰੋ। ਕਿਸੇ ਇਨਸਾਨ ਜਾਂ ਕਿਸੇ ਹਾਲਾਤ ਦੇ ਬੁਰੇ ਹਿੱਸੇ ਦੀ ਬਜਾਏ ਚੰਗੇ ਵੱਲ ਧਿਆਨ ਦੇਣਾ ਹੋਵੇਗਾ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਆਪਣੀ ਸੋਚ ਦਾ ਮਾਹੌਲ ਇਸ ਤਰ੍ਹਾਂ ਢਾਲ ਲਿਆ ਹੁੰਦਾ ਹੈ ਕਿ ਅਸੀਂ ਗਲਤੀਆਂ ਅਤੇ ਕਮੀਆਂ ਲੱਭਣ ਵਿੱਚ ਮਾਹਰ ਹੋ ਗਏ ਹੁੰਦੇ ਹਾਂ। ਇਸ ਲਈ ਤਸਵੀਰ ਦਾ ਚੰਗਾ ਪਾਸਾ ਸਾਡੇ ਕੋਲੋਂ ਅਣਦੇਖਿਆ ਰਹਿ ਜਾਂਦਾ ਹੈ। ਜਿਸ ਤਰ੍ਹਾਂ ਜ਼ਮੀਨ ਵਿੱਚੋਂ ਸੋਨਾ ਖੋਦਣ ਵਾਸਤੇ 1 ਤੋਲਾ ਸੋਨੇ ਦੀ ਖੁਦਾਈ ਕਰਨ ਵਾਸਤੇ ਕਈ ਟਨ ਮਿੱਟੀ ਹਟਾਉਣੀ ਪੈਂਦੀ ਹੈ, ਪਰ ਮਿੱਟੀ ਹਟਾਉਂਦੇ ਸਮੇਂ, ਮਿੱਟੀ ਪੁੱਟਦੇ ਸਮੇਂ ਧਿਆਨ ਮਿੱਟੀ 'ਤੇ ਨਹੀਂ ਸੋਨੇ ਉੱਪਰ ਰਹਿੰਦਾ ਹੈ। ਹਰੇਕ ਇਨਸਾਨ ਵਿੱਚ ਚੰਗਿਆਈ ਛੁਪੀ ਹੋਈ ਹੁੰਦੀ ਹੈ, ਪਰ ਲੱਭਣ ਲਈ ਬਹੁਤ ਗਹਿਰਾਈ ਵਿੱਚ ਜਾਣਾ ਪੈਂਦਾ ਹੈ। ਸਿਰਫ ਆਪਣਾ ਨਜ਼ਰੀਆ ਚੰਗਿਆਈ ਲੱਭਣ ਵਾਲਾ ਹੀ ਬਣਾ ਕੇ ਰੱਖੋ। ਕੁਝ ਲੋਕ ਆਪਣਾ ਨਜ਼ਰੀਆ ਨੈਗੇਟਿਵ ਹੀ ਰੱਖਦੇ ਹਨ। ਹਰ ਕੰਮ ਫੌਰਨ ਕਰਨੇ ਦੀ ਆਦਤ ਬਣਾਓ। ਅਸੀਂ ਸਭ ਜ਼ਿੰਦਗੀ ਵਿੱਚ ਕਦੇ ਨਾ ਕਦੇ ਟਾਲ ਮਟੋਲ ਕਰਦੇ ਹਾਂ। ਟਾਲ ਮਟੋਲ ਕਰਨੇ ਦੀ ਆਦਤ ਨਾਲ ਸਾਡਾ ਨਜ਼ਰੀਆ ਨੈਗੇਟਿਵ ਬਣ ਜਾਂਦਾ ਹੈ। ਕਿਸੇ ਕੰਮ ਨੂੰ ਕਰਨੇ ਨਾਲੋਂ ਜ਼ਿਆਦਾ ਥਕਾਨ ਉਸ ਨੂੰ ਨਾ ਕਰਨੇ ਦੀ ਟਾਲ ਮਟੋਲ ਨਾਲ ਹੋ ਜਾਂਦੀ ਹੈ। ਜਦੋਂ ਕੋਈ ਕੰਮ ਪੂਰਾ ਹੋ ਜਾਂਦਾ ਹੈ ਤਾਂ ਖੁਸ਼ੀ ਮਿਲਦੀ ਹੈ ਅਤੇ ਹੌਸਲਾ ਬੁਲੰਦ ਹੁੰਦਾ ਹੈ। ਜਦੋਂ ਕੋਈ ਅੱਧਾ ਅਧੂਰਾ ਕੰਮ ਸਾਡੀ ਹਿੰਮਤ ਨੂੰ ਖਤਮ ਕਰ ਦਿੰਦਾ ਹੈ। ਜਿਸ ਤਰ੍ਹਾਂ ਪਾਣੀ ਦੇ ਟੈਂਕ ਵਿੱਚ ਕੋਈ ਆਈ ਹੋਈ ਤਰੇੜ ਟੈਂਕ ਨੂੰ ਖਾਲੀ ਕਰ ਦਿੰਦੀ ਹੈ, ਇਸੇ ਤਰ੍ਹਾਂ ਟਾਲ ਮਟੋਲ ਕਰਦੇ ਕਰਦੇ ਸਾਡੀ ਸਾਰੀ ਐਨਰਜੀ ਡਰੇਨ ਹੋ ਜਾਂਦੀ ਹੈ। ਜੇਕਰ ਅਸੀਂ ਪੋਜ਼ੀਟਿਵ ਨਜ਼ਰੀਆ ਬਣਾ ਕੇ ਉਸ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਅੱਜ ਵਿੱਚ ਜੀਣੇ ਦੀ ਅਤੇ ਹਰ ਕੰਮ ਨੂੰ ਤੁਰੰਤ ਕਰਨੇ ਦੀ ਆਦਤ ਬਣਾਓ। ਕੱਲ੍ਹ ਨੂੰ ਕਰ ਲਵਾਂਗਾ, ਕੱਲ੍ਹ 'ਤੇ ਛੱਡਣਾ ਤਾਂ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੋਈ ਛੋਟਾ ਬੱਚਾ ਕਹਿੰਦਾ ਹੈ ਮੈਂ ਬੜਾ ਹੋ ਕੇ ਬਹੁਤ ਬੜਾ ਕੰਮ ਕਰੂੰਗਾ ਜਿਸ ਨਾਲ ਮੈਨੂੰ ਖੁਸ਼ੀਆਂ ਮਿਲਣਗੀਆਂ। ਜਿਸ ਵੇਲੇ ਬੜਾ ਹੋ ਜਾਂਦਾ ਹੈ ਤਾਂ ਕਹਿੰਦਾ ਹੈ ਮੈਂ ਖੁਸ਼ੀਆਂ ਪਾਉਣ ਵਾਸਤੇ ਕਾਲਜ ਦੀ ਪੜ੍ਹਾਈ ਸਮਾਪਤ ਕਰਨ ਦੇ ਬਾਅਦ ਕਰੂੰਗਾ। ਜਦੋਂ ਪੜ੍ਹਾਈ ਖਤਮ ਕਰ ਲੈਂਦਾ ਹੈ ਤਾਂ ਕਹਿੰਦਾ ਹੈ ਉਸ ਨੂੰ ਖੁਸ਼ੀਆਂ ਨੌਕਰੀ ਮਿਲਣ ਦੇ ਬਾਅਦ ਮਿਲਣਗੀਆਂ। ਨੌਕਰੀ ਮਿਲਣ ਦੇ ਬਾਅਦ ਕਹਿੰਦਾ ਹੈ ਉਸ ਨੂੰ ਖੁਸ਼ੀਆਂ ਸ਼ਾਦੀ ਹੋਣੇ ਦੇ ਬਾਅਦ ਮਿਲਣਗੀਆਂ। ਸ਼ਾਦੀ ਹੋ ਜਾਣ 'ਤੇ ਕਹਿੰਦਾ ਹੈ ਖੁਸ਼ੀਆਂ ਉਦੋਂ ਮਿਲਣਗੀਆਂ ਜਦੋਂ ਬੱਚੇ ਸਕੂਲ ਜਾਣ ਲੱਗ ਪਏ। ਜਦੋਂ ਬੱਚੇ ਪੜ੍ਹਾਈ ਪੂਰੀ ਕਰ ਲੈਂਦੇ ਹਨ ਤਾਂ ਕਹਿੰਦਾ ਹੈ ਖੁਸ਼ੀਆਂ ਰਿਟਾਇਰਮੈਂਟ ਦੇ ਬਾਅਦ ਮਿਲਣਗੀਆਂ। ਤਾਂ ਰਿਟਾਇਰ ਹੋਣੇ ਦੇ ਬਾਅਦ ਦੇਖਦਾ ਹੈ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਸਾਰੀ ਜ਼ਿੰਦਗੀ ਗੁਜ਼ਰ ਗਈ। ਕੁਝ ਲੋਕ ਆਪਣੀ ਟਾਲ ਮਟੋਲ ਦੀ ਆਦਤ ਨੂੰ ਛੁਪਾਉਂਦੇ ਹਨ। ਕਹਿੰਦੇ ਹਨ ਇੱਕ ਕੰਮ ਕਰਨ ਤੋਂ ਪਹਿਲਾਂ ਮੈਂ ਬਰੀਕੀ ਨਾਲ ਸੋਚਦਾ ਹਾਂ ਅਤੇ 6 ਮਹੀਨੇ ਦੇ ਬਾਅਦ ਵੀ ਸੋਚ ਹੀ ਰਹੇ ਹੁੰਦੇ ਹਨ। ਉਹ ਇਹ ਨਹੀਂ ਸਮਝਦੇ ਦਰਅਸਲ ਇਹ ਇੱਕ ਬਿਮਾਰੀ ਹੈ ਜਿਸ ਨੂੰ ਬਰੀਕੀ ਨਾਲ ਸੋਚਣ ਦਾ ਲਕਬਾ ਕਹਿੰਦੇ ਹਨ। ਇਸ ਵਜ੍ਹਾ ਨਾਲ ਉਹ ਕਦੇ ਸਫਲ ਨਹੀਂ ਹੋ ਸਕਦੇ। ਟਾਲ ਮਟੋਲ ਕਰਨ ਵਾਲਿਆਂ ਦੀ ਇੱਕ ਹੋਰ ਨਸਲ ਵੀ ਹੁੰਦੀ ਹੈ। ਇਹ ਲੋਕ ਕਹਿੰਦੇ ਹਨ ਮੈਂ ਤਿਆਰੀ ਕਰ ਰਿਹਾ ਹਾਂ। ਨਾ ਸਿਰਫ 1 ਮਹੀਨੇ ਤੱਕ 6 ਮਹੀਨੇ ਬਾਅਦ ਵੀ ਉਹ ਤਿਆਰੀ ਕਰ ਰਹੇ ਹੁੰਦੇ ਹਨ। ਇਹ ਲੋਕ ਇਹ ਨਹੀਂ ਸਮਝਦੇ ਕਿ ਇਹਨਾਂ ਨੂੰ ਬਹਾਨੇਬਾਜ਼ੀ ਦੀ ਬਿਮਾਰੀ ਹੈ। ਇਹ ਲਗਾਤਾਰ ਬਹਾਨੇ ਬਣਾਉਂਦੇ ਰਹਿੰਦੇ ਹਨ। ਅੱਜ ਵਿੱਚ ਵਰਤਮਾਨ ਵਿੱਚ ਜੀਓ, ਐਵੇਂ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਤੁਹਾਡੀ ਆਪਣੀ ਜ਼ਿੰਦਗੀ ਜੀਣ ਦੇ ਤਰੀਕੇ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੁੰਦਾ ਹੈ। ਅੱਜ ਅਸੀਂ ਜਿਸ ਸਮੇਂ ਵਿੱਚ ਵੀ ਗੁਜ਼ਰ ਰਹੇ ਹਾਂ ਆਪਣੇ ਅੱਜ ਨੂੰ ਬਿਹਤਰ ਬਣਾਓ ਅਤੇ ਇਸ ਦਾ ਭਰਪੂਰ ਆਨੰਦ ਲਵੋ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਭਵਿੱਖ ਲਈ ਅਸੀਂ ਕੋਈ ਯੋਜਨਾ ਨਹੀਂ ਬਣਾਉਣੀ ਹੈ।
ਸੁਨੇਹਾ ਇਹ ਹੈ ਕਿ ਸਾਨੂੰ ਅੱਗੇ ਦੀ ਯੋਜਨਾ ਬਣਾਉਣ ਦੀ ਜ਼ਰੂਰਤ ਹੈ, ਅਤੇ ਜੇ ਅਸੀਂ ਆਪਣੇ ਅੱਜ ਦਾ ਭਰਪੂਰ ਇਸਤੇਮਾਲ ਖੁਸ਼ਹਾਲੀ ਲਈ ਕਰ ਰਹੇ ਹਾਂ ਤਾਂ ਅਸੀਂ ਖੁਦ ਬਖੁਦ ਆਉਣੇ ਵਾਲੇ ਬਿਹਤਰ ਕੱਲ੍ਹ ਦਾ ਬੀਜ ਰਹੇ ਹਾਂ। ਜੋ ਕੰਮ ਤੁਸੀਂ ਅੱਜ ਕਰ ਸਕਦੇ ਹੋ ਉਸ ਨੂੰ ਕਦੇ ਵੀ ਕੱਲ੍ਹ 'ਤੇ ਨਾ ਟਾਲੋ। ਜਿਨ੍ਹਾਂ ਨੇ ਜ਼ਿੰਦਗੀ ਵਿੱਚ ਇੰਨੀਆਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ, ਟਾਲ ਮਟੋਲ ਕਰਨੇ ਦੀ ਇੱਛਾ ਤਾਂ ਉਹਨਾਂ ਦੇ ਮਨ ਵਿੱਚ ਵੀ ਆਈ ਹੋਵੇਗੀ, ਪਰ ਉਹਨਾਂ ਨੇ ਉਸ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੱਤਾ ਹੋਵੇਗਾ। ਅੱਜ ਦੀ ਕਹਾਣੀ ਹੈ। ਇੱਕ ਪਿੰਡ ਵਿੱਚ ਇੱਕ ਸਾਧੂ ਰਹਿੰਦਾ ਸੀ। ਜਦੋਂ ਉਹ ਨੱਚਦਾ ਸੀ ਤਾਂ ਬਾਰਿਸ਼ ਹੋ ਜਾਂਦੀ ਸੀ। ਪਿੰਡ ਵਾਲੇ ਲੋਕਾਂ ਨੂੰ ਜਦੋਂ ਵੀ ਫਸਲਾਂ ਲਈ ਪਾਣੀ ਚਾਹੀਦਾ ਸੀ, ਉਹ ਸਾਧੂ ਕੋਲ ਜਾ ਕੇ ਰਿਕੁਐਸਟ ਕਰਦੇ, ਉਹ ਨੱਚਦੇ, ਅਤੇ ਜਦੋਂ ਉਹ ਨੱਚਣ ਲੱਗਦਾ ਤਾਂ ਮੀਂਹ ਵਰਨ ਲੱਗ ਜਾਂਦਾ। ਕੁਝ ਦਿਨਾਂ ਬਾਅਦ 4 ਲੜਕੇ ਸ਼ਹਿਰ ਤੋਂ ਪਿੰਡ ਘੁੰਮਣ ਵਾਸਤੇ ਆਏ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਧੂ ਦੇ ਨੱਚਣੇ ਨਾਲ ਬਾਰਿਸ਼ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਇਆ। ਸ਼ਹਿਰੀ ਪੜ੍ਹਾਈ ਲਿਖਾਈ ਦੇ ਘਮੰਡ ਵਿੱਚ ਉਹਨਾਂ ਨੇ ਪਿੰਡ ਵਾਲਿਆਂ ਨੂੰ ਚੁਣੌਤੀ ਦੇ ਦਿੱਤੀ ਕਿ ਅਸੀਂ ਵੀ ਨੱਚਾਂਗੇ ਤਾਂ ਬਾਰਿਸ਼ ਹੋਵੇਗੀ। ਜੇਕਰ ਸਾਡੇ ਨੱਚਣ ਨਾਲ ਬਾਰਿਸ਼ ਨਹੀਂ ਹੋਈ ਤਾਂ ਸਾਧੂ ਦੇ ਨੱਚਣ ਨਾਲ ਵੀ ਨਹੀਂ ਹੋਵੇਗੀ। ਫਿਰ ਦੂਸਰੇ ਦਿਨ ਸਵੇਰੇ ਪਿੰਡ ਵਾਲੇ ਉਹਨਾਂ ਲੜਕਿਆਂ ਨੂੰ ਨਾਲ ਲੈ ਕੇ ਸਾਧੂ ਦੀ ਕੁਟੀਆ 'ਤੇ ਪਹੁੰਚ ਗਏ। ਸਾਧੂ ਨੂੰ ਸਾਰੀ ਗੱਲ ਦੱਸੀ ਗਈ। ਸਾਧੂ ਨੇ ਕਿਹਾ, ਇਹ ਤਾਂ ਬਹੁਤ ਚੰਗੀ ਗੱਲ ਹੈ। ਇਹ ਲੜਕੇ ਵੀ ਪਵਿੱਤਰ ਹਨ, ਕਿਉਂਕਿ ਪ੍ਰਕਿਰਤੀ ਪਵਿੱਤਰਤਾ ਦੀ ਦਾਸੀ ਹੁੰਦੀ ਹੈ। ਇਹ ਸੱਚ ਹੈ। ਜਦੋਂ ਕੋਈ ਆਤਮਾ ਪਵਿੱਤਰਤਾ ਵਿੱਚ ਇੰਨੀ ਉੱਚੀ ਸਟੇਜ 'ਤੇ ਪਹੁੰਚ ਜਾਂਦੀ ਹੈ ਤਾਂ ਪ੍ਰਕਿਰਤੀ ਉਸ ਦੇ ਅਧੀਨ ਹੋ ਜਾਂਦੀ ਹੈ। ਫਿਰ ਲੜਕਿਆਂ ਨੇ ਨੱਚਣਾ ਸ਼ੁਰੂ ਕਰ ਦਿੱਤਾ। ਅੱਧਾ ਘੰਟਾ ਬੀਤਿਆ। ਪਹਿਲਾ ਲੜਕਾ ਥੱਕ ਕੇ ਬੈਠ ਗਿਆ, ਪਰ ਬੱਦਲ ਨਹੀਂ ਦਿਸੇ। ਕੁਝ ਦੇਰ ਬਾਅਦ ਦੂਸਰੇ ਲੜਕੇ ਨੇ ਵੀ ਇਹੀ ਕੀਤਾ, ਅਤੇ 1 ਘੰਟਾ ਬੀਤ ਕੇ ਬਾਕੀ ਦੋਨੋਂ ਲੜਕੇ ਵੀ ਥੱਕ ਕੇ ਬੈਠ ਗਏ, ਪਰ ਬਾਰਿਸ਼ ਨਹੀਂ ਹੋਈ। ਹੁਣ ਸਾਧੂ ਦੀ ਵਾਰੀ ਆਈ। ਉਸਨੇ ਨੱਚਣਾ ਸ਼ੁਰੂ ਕੀਤਾ। 1 ਘੰਟਾ ਬੀਤ ਗਿਆ, ਬਾਰਿਸ਼ ਨਹੀਂ ਹੋਈ, ਪਰ ਸਾਧੂ ਦਾ ਰੁਕਣੇ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਹੌਲੀ ਸ਼ਾਮ ਢਲਣ ਲੱਗ ਗਈ ਤਾਂ ਬੱਦਲਾਂ ਦੇ ਗਰਜਣ ਦੀ ਵੀ ਆਵਾਜ਼ ਸੁਣਾਈ ਦਿੱਤੀ ਅਤੇ ਜ਼ੋਰ ਦੀ ਬਾਰਿਸ਼ ਹੋਣ ਲੱਗ ਪਈ। ਲੜਕੇ ਹੈਰਾਨ ਹੋ ਗਏ ਅਤੇ ਉਸੇ ਵੇਲੇ ਸਾਧੂ ਤੋਂ ਮਾਫ਼ੀ ਮੰਗੀ ਅਤੇ ਪੁੱਛਿਆ, ਬਾਬਾ ਜੀ, ਭਲਾ ਇਸ ਤਰ੍ਹਾਂ ਕਿਉਂ ਹੋਇਆ ਕਿ ਸਾਡੇ ਨੱਚਣੇ 'ਤੇ ਬਾਰਿਸ਼ ਨਹੀਂ ਹੋਈ ਅਤੇ ਤੁਹਾਡੇ ਨੱਚਣੇ ਨਾਲ ਬਾਰਿਸ਼ ਹੋ ਗਈ? ਸਾਧੂ ਨੇ ਉੱਤਰ ਦਿੱਤਾ, ਜਦ ਮੈਂ ਨੱਚਦਾ ਹਾਂ ਤਾਂ 2 ਗੱਲਾਂ ਦਾ ਧਿਆਨ ਰੱਖਦਾ ਹਾਂ। ਪਹਿਲੀ ਗੱਲ, ਮੈਂ ਇਹ ਸੋਚਦਾ ਹਾਂ ਕਿ ਜੇਕਰ ਮੈਂ ਨੱਚਾਂਗਾ ਤਾਂ ਬਾਰਿਸ਼ ਨੂੰ ਆਉਣਾ ਹੀ ਪੈਣਾ ਹੈ। ਦੂਸਰੀ ਇਹ ਕਿ ਮੈਂ ਉਦੋਂ ਤੱਕ ਨੱਚਦਾ ਰਹੂੰਗਾ ਜਦ ਤੱਕ ਬਾਰਿਸ਼ ਨਾ ਹੋ ਜਾਵੇ। ਸਫਲਤਾ ਪਾਉਣ ਵਾਲਿਆਂ ਵਿੱਚ ਵੀ ਇਹ ਗੁਣ ਜ਼ਰੂਰ ਹੁੰਦਾ ਹੈ। ਉਹ ਜਿਸ ਕੰਮ ਨੂੰ ਕਰਦੇ ਹਨ ਉਸ ਵਿੱਚ ਸਫਲ ਹੋਣ ਦਾ ਉਹਨਾਂ ਨੂੰ ਪੂਰਾ ਯਕੀਨ ਹੁੰਦਾ ਹੈ, ਅਤੇ ਉਹ ਉਦੋਂ ਤੱਕ ਉਸ ਕੰਮ ਨੂੰ ਕਰਦੇ ਹੀ ਰਹਿੰਦੇ ਹਨ ਜਦੋਂ ਤੱਕ ਉਹ ਕਰਨ ਵਿੱਚ ਸਫਲ ਨਾ ਹੋ ਜਾਣ। ਸਤਿ ਸ੍ਰੀ ਅਕਾਲ।